ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ੍ਰੀ ਅਕਾਲ ਰਮਣੀ ਕੌਰ ਜੀ, ਕੀ ਹਾਲੇ ਚੱਲ ਨੇ ਤੁਹਾਡੇ? ਉਹ ਭਾਈ ਸਾਹਿਬ ਜੀ ਹਾਲ ਪੁੱਛਦੇ? ਹਾਂਜੀ ਹਾਲ ਤੇ ਇੰਨੇ ਕ ਵਧੀਆ ਕਿ ਪੁੱਛੋ ਹੀ ਨਾ। ਰਹਿਣ ਦਿੰਨੇ ਫਿਰ, ਸਾਡਾ ਕਿਹੜੇ ਤੇ ਪੁੱਛੋ ਕਿਹੜੋ ਗੱਡਾ ਖੜਿਆ। ਨਹੀਂ ਰਹਿਣ ਦਿੰਨੇ, ਚਲੋ ਦਫਾ ਕਰੋ, ਛੱਡੋ ਪਰ ਆ ਮਿੱਟੀ ਪਾਓ। ਓਹੋ ਤੁਹਾਡੇ ਹਾਲ ਤੋਂ ਅਸੀਂ ਕੀ ਲੈਣਾ ਦੇਣਾ? ਤੁਹਾਡੇ ਹਾਲ ਤੋਂ ਸਾਨੂੰ ਕਿਤੇ ਆਂਡੇ ਮਿਲਣੇ ਆ? ਜੋਗੀ ਜੀ ਰਹਿਣ ਤੋਂ ਅਸੀਂ ਪੁੱਛਣਾ ਹੀ ਨਹੀਂ ਜੀ। ਨਾ ਦੱਸਿਓ ਪਲੀਜ਼ ਮਿਹਨਤ ਨਾਲ ਹੀ। ਪੈਰ ਕਿੱਥੇ ਤੁਹਾਡੇ? ਅਰੇ ਧੋ ਲਿਆ ਕਰੋ ਕਦੀ। ਅੱਛਾ ਉਦਾਂ ਹਾਲ ਆ ਕਿ ਸਾਡੇ ਬਹੁਤ ਵਧੀਆ, ਪੈਰ ਕਿਤੇ ਧੋਣੇ ਨਹੀਂ। ਓਹੋ ਬੰਦੇ ਦੀ ਪਛਾਣ ਉਹਦੀਆਂ ਅੱਡੀਆਂ ਤੋਂ ਹੁੰਦੀ ਆ। ਓਏ ਹਾਂ, ਅੱਡੀਆਂ ਇਦਾਂ ਨਹੀਂ ਹੋਣੀ ਚਾਹੀਦੀ ਵੀ ਜਦੋਂ ਝੋਨੇ ਵਾਲੇ ਖੇਤ ਦੀ ਨਾ ਉਹ ਕੀ ਕਹਿੰਦੇ ਆਵੇ ਮੁੜ ਕੇ ਪਾਣੀ ਨਹੀਂ ਲੱਗਾ ਹੁੰਦਾ ਤੇ ਉਹ ਪਾਟ ਹੀ ਜਾਂਦਾ ਵਿਚਾਰਾ। ਹੱਦ ਹੋ ਗਈ ਤੁਹਾਡੇ ਵਾਲੀ। ਹੱਦੋਂ ਵੱਧ ਤੁਸੀਂ ਹੋ ਗਿਆ। ਹਮੇਸ਼ਾ ਮੇਰੀ ਹਰ ਗੱਲ ਦਾ ਮਜ਼ਾਕ ਉਡਾਉਂਦੇ ਹੋ। ਨਹੀਂ, ਮੈਂ ਮਜ਼ਾਕ ਕਿਉਂ ਉਡਾਉਣਾ? ਆ ਕੀ ਹੁੰਦਾ ਬੇ? ਲੈ ਮਜ਼ਾਕ ਉਡਾਉਣਾ ਹੈ? ਮੈਂ ਨਹੀਂ ਮਜ਼ਾਕ ਮਜ਼ੂਕ ਉਡਾਉਂਦਾ। ਓਏ ਹਾਂ, ਤੂੰ ਆਪ ਹੀ ਉੱਡੀ ਫਿਰਦੀ ਐ ਹੱਦ ਹੋ ਗਈ। ਦੇਖਾ ਵੱਡੀ ਮਧੋੜੀ। ਇਹੀ ਬੰਦਾ ਜੇ ਮੈਨੂੰ ਕਹਿ ਦਿੰਦਾ ਹੋਰ ਸੁਣਾਓ ਕੀ ਹਾਲ ਚਾਲ ਹੈ, ਮੈਂ ਸੁਣਾ ਦਿੰਦੀ ਤੇ ਮੇਰਾ ਹਾਲ ਸੁਣ ਲੈਂਦਾ ਤੇ ਕੀ ਚੱਲ ਜਾਣਾ ਸੀ। ਤਾਂ ਫਿਰ ਤੂੰ ਵੀ ਜੇ ਸਿੱਧੇ ਤੇਰਾ ਹਾਲ ਦੱਸ ਦਿੰਦੀ, ਤੇਰਾ ਕੀ ਚੱਲ ਜਾਣਾ? ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ ਇੱਕ ਕੌੜਾ ਸੱਚ ਤੁਹਾਨੂੰ ਦੱਸਦੀ ਆ। ਅੱਛਾ, ਮੂੰਹ ਮਿੱਠਾ ਕਰਕੇ ਸੁਣਿਓ। ਕੌੜਾ ਸੱਚ? ਮੂੰਹ ਮਿੱਠੇ ਵਾਲੀ ਗੱਲ ਸੁਣ ਲਾ। ਹਾਂ ਇੱਕ ਦਿਨ ਸਾਡਾ ਤਾਇਆ ਦਵਾਈ ਲੈਣ ਚਲਾ ਗਿਆ। ਅੱਛਾ ਦਵਾਈ ਲੈਣ ਚਲਾ ਗਿਆ, ਕਿਤੇ ਠੀਕ ਨਹੀਂ ਸੀਗਾ। ਓਹੋ ਹਾਂਜੀ, ਅੱਛਾ ਸ਼ੂਗਰ ਦਾ ਮਰੀਜ਼ ਸੀ ਤੇਰੇ ਵਾਂਗੂ। ਆਹੋ ਹਾਂ, ਡਾਕਟਰ ਦੇ ਕੋਲ ਚਲਾ ਗਿਆ ਤੇ ਡਾਕਟਰ ਨੂੰ ਕਹਿੰਦੇ, ਡਾਕਟਰ ਸਾਹਿਬ ਹਾਂ ਦਵਾਈ ਕੌੜੀ ਨਾ ਲਿਖਿਓ। ਅੱਛਾ ਤਾਂ ਕਹਿੰਦਾ, ਮਾਮਾ ਤੈਨੂੰ ਹੁਣ ਗੁਲਾਬ ਜਾਮਣਾ ਲਿਖ ਦੇਵਾਂ? ਦਵਾਈ ਨਾ ਕੌੜੀ ਲਿਖਿਓ। ਵੀ ਕਿਹੜੀ ਤੇਰੀ ਦਵਾਈ ਮਾਂ ਦੀ ਮਿੱਠੀ ਹੁੰਦੀ ਆ? ਅੱਛਾ, ਇਹ ਤੁਹਾਡਾ ਤਾਇਆ ਉਹੀ ਤਾਂ ਨਹੀਂ ਜਿਹੜਾ ਹਸਪਤਾਲ ਇਲਾਜ ਕਰਾਉਣ ਗਿਆ ਸੀ ਤੇ ਨਰਸ ਕਹਿੰਦੀ ਲੰਬੇ ਲੰਬੇ ਸਾਹ ਲਓ ਤੇ ਉਹਨੇ ਕਿਹਾ ਕਿੱਦਾਂ ਮਹਿਸੂਸ ਹੋ ਰਿਹਾ? ਅੱਗੋਂ ਕਹਿੰਦੇ ਕਿਹੜਾ ਪਰਫਿਊਮ ਲਾ ਕੇ ਆਈ ਆ, ਬਹੁਤ ਮਜ਼ਾ ਆ ਰਿਹਾ। ਸਾਡਾ ਤਾਇਆ ਵੀ ਇੰਜੋਏ ਕਰਦਾ ਜ਼ਿੰਦਗੀ ਨੂੰ। ਤੇ ਤੂੰ ਦੱਸ ਇਹਨੂੰ ਹੁਣ ਨਾ ਕੁਛ। ਠਰਕੀ ਬੰਦਾ ਕਹਿੰਦੇ, ਇੰਜੋਏ ਨਹੀਂ ਕਹਿੰਦੇ। ਓਏ ਨਹੀਂ 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 ਨਹੀਂ, ਸਿਆਣੇ ਬੰਦੇ ਦਾ ਗੁੱਸਾ ਨਹੀਂ ਕਰਨਾ ਚਾਹੀਦਾ। ਆਪਣੀਆਂ ਗੱਲਾਂ 'ਚ ਨਾ ਤੁਸੀਂ ਮੇਰਾ ਕੌੜਾ ਸੱਚ ਜਿਹੜਾ ਉਹ ਬਿਲਕੁਲ ਕੌੜੇ ਤੇਲ ਵਾਂਗ ਭਰੇ ਕਰਦਾ। ਨਹੀਂ 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 ਜੀ, ਲਓ ਤੁਸੀਂ ਆਪਣਾ ਕੌੜਾ ਸੱਚ ਸੁਣਾਓ। ਹਾਂ, ਕਹਿੰਦੇ ਨੇ ਇਨਸਾਨ ਦੀ ਜਦੋਂ ਸੱਚਾਈ ਹੁੰਦੀ ਹੈ, ਅੱਛਾਈ ਹੁੰਦੀ ਹੈ, ਹਾਂਜੀ। ਉਦੋਂ ਤੇ ਸਾਰੇ ਰਹਿੰਦੇ ਨੇ ਚੁੱਪ। ਜਿੱਦਾਂ ਹੁਣ ਲਾਈਕ ਤੂੰ ਚੁੱਪੀ ਆ ਮੇਰੀ ਸ਼ਾਈ ਦੇਖ ਕੇ। ਤੁਹਾਡੀ ਗੱਲ ਕਰ ਰਹੀ ਹਾਂ, ਤੁਹਾਨੂੰ ਸੁਣਾ ਰਹੀ ਹਾਂ। ਅੱਛਾ, ਮੇਰੀ ਕਿਸੇ ਵੀ ਅੱਛਾਈ ਤੇ ਬੋਲਦੇ ਨਹੀਂ, ਭੰਡਦੇ ਹੋ ਮੇਰੀਆਂ ਬੁਰਾਈਆਂ। ਹਾਂ। ਜਦੋਂ ਮੇਰੀ ਬੁਰਾਈ ਹੋਵੇ ਤੇ ਗੂੰਗੇ ਵੀ ਬੋਲ ਪੈਂਦੇ ਨੇ। ਹਾਏ, ਵੈਸੇ ਇੱਕ ਗੱਲ ਆ ਕਿ ਇਦਾਂ ਨੂੰ ਮੁਗਰੇ ਜਿਹੜਾ ਹਾਂਜੀ ਆਪਣੇ ਵਿੱਚ ਕੋਈ ਸ਼ਾਈ ਹੈਗੀ ਹੈ? ਬਹੁਤ ਸਾਰੀਆਂ। ਕੋਈ ਚੰਗਿਆਈ ਹੈ? ਆ ਬਹੁਤ ਸਾਰੀਆਂ। ਬਹੁਤ ਸਾਰੀਆਂ। ਨੇਲ ਕੱਟ ਰਿਹਾ ਤੂੰ? ਨੇਲ ਕਟਰ? ਹੈ ਹਾਂਜੀ। ਉਹ ਕਿੱਦਾਂ? ਉਹ ਕਿੱਦਾਂ ਕੀ? ਬਸ ਨਹੁੰ ਕੱਟਣ ਦੇ ਕੰਮ ਆਉਂਦਾ ਤੇ ਤੂੰ ਜੜ ਕੱਟਣ ਦੇ। ਅੱਛਾ ਜੋਗੀ ਜੀ, ਇੱਕ ਗੱਲ ਦੱਸੋ, ਪੁੱਛੋ। ਕਦੀ ਤੁਹਾਨੂੰ ਏਦਾਂ ਲੱਗਦਾ ਹੈ, ਮਤਲਬ ਦਿਲ ਦੇ ਵਿੱਚ ਕਦੀ ਖਿਆਲ ਆਇਆ ਕਿ ਮੈਂ ਜਾਂਦਾ ਹੂੰ, ਆਹ, ਤੁਰਿਆ ਜਾਂਦਾ ਹੂੰ? ਮੈਂ ਤੁਰਿਆ ਜਾਂਦਾ ਹੋਵਾਂ? ਮੈਂ ਤੁਰ ਕੇ ਕਿਉਂ ਜਾਵਾਂ ਯਾਰ? ਮੈਂ ਗੱਡੀ ਗੁੱਡੀ ਜਾਊਂਗਾ? ਮੈਂ ਕਿਤੇ ਕੋਈ ਹੈਗਾ ਐਵੇਂ ਹੀ ਆਮ ਖਾਸ ਬੰਦਾ? ਮੈਂ ਜਿਹੜੀ ਪੰਜਾਬੀ ਰੇਡੀਓ USA ਤੇ ਆ ਆਪਾਂ। ਆਏ ਹਾਏ, ਮੈਂ ਤੁਰ ਕੇ ਕਿਉਂ ਜਾਵਾਂ? ਜਾਣ ਮੇਰੇ ਦੁਸ਼ਮਣ ਓਹੋ ਸ਼ਰੀਕ ਮੇਰੇ ਮਾਰਨ ਧੁੱਪੇ। ਨਹੀਂ, ਮਤਲਬ ਜਿੱਦਾਂ ਤੁਰੇ ਜਾਂਦੇ ਬੰਦੇ ਨੂੰ ਕਦੀ ਰਾਹ ਦੇ ਵਿੱਚ $10 $20 $50 ਮਿਲ ਜਾਂਦੇ ਆ, ਉਸ ਕਰਕੇ ਤੁਰਨਾ ਪੈਂਦਾ ਹੈ। ਜਾਂ ਕਦੇ ਕਦੇ ਬੰਦਾ ਸਵੇਰੇ ਸਵੇਰੇ ਸੈਰ ਤੇ ਨਿਕਲ ਪੈਂਦਾ, ਸ਼ਾਮ ਨੂੰ ਹੀ ਕੁੱਤੇ ਨੂੰ ਘੁਮਾਉਣ ਨਿਕਲ ਪੈਂਦਾ। ਨਹੀਂ ਨਹੀਂ ਨਹੀਂ, ਉਹ ਵੀ ਘਰ ਤੇ ਜਾਣੇ। ਕੁੱਤੇ ਨੂੰ ਕਿਉਂ ਘੁਮਾਉਣ ਜਾਣਾ ਆਪਾਂ? ਹਾਂ ਤੇ ਉਹੀ ਤਾਂ ਕਹਿ ਰਹੀ ਆ, ਜੇ ਤੁਰਨਾ ਪਵੇ, ਮਤਲਬ ਜੁੱਤੀ ਕਸੂਰੀ ਪੈਰੀ ਨਾ ਪੂਰੀ ਫਿਰ ਵੀ ਤੁਰਨਾ ਪਵੇ ਤੇ ਰਾਹ ਦੇ ਵਿੱਚ ਮਨ ਚ ਖਿਆਲ ਆਵੇ ਕਾਸ਼ ਤੁਰੇ ਜਾਂਦੇ ਕਦੇ $20 ਦੀ ਬਜਾਏ $1 ਲੱਖ ਮਿਲ ਜਾਵੇ, ਮਜ਼ਾ ਹੀ ਆ ਜਾਏ। ਮੈਂ ਕਹਾਂ ਜੀ ਫਿਰ ਤਾਂ ਭਾਵੇਂ ਅਸੀਂ ਮੈਕਸੀਕੋ ਦੀ ਕੰਧ ਵੀ ਪਾਰ ਕਰ ਜਾਈਏ। ਆਏ ਹਾਏ ਹਾਏ, ਦੇਖਿਆ? ਹਾਂਜੀ, ਕਮੀਨੇ ਬੰਦੇ। ਪਤਾ ਸੀ ਮੈਨੂੰ ਇਸ ਬੰਦੇ ਦਾ। ਲੈ ਦੱਸ ਭਲਾ ਯਾਰ, 1 ਲੱਖ ਲਾਲਚੀ ਸੋਚ, ਲਾਲਚੀ ਤੁਹਾਡੀ। $1 ਲੱਖ ਥੋੜਾ ਹੁੰਦਾ? ਤੇਰਾ ਤਾਂ ਥੁੱਕ ਮੁੱਕ ਜਾਣਾ ਗਿਣਦੀ ਦਾ। ਅੱਛਾ, ਹਾਂ। ਤੁਸੀਂ ਉਹੀ ਬਚਪਨ ਦੇ ਵਿੱਚ ਸੀਗੇ, ਉਹੀ ਤੁਹਾਡੀਆਂ ਗੱਲਾਂ ਸੀਗੀਆਂ, ਅੱਜ ਵੀ ਤੁਹਾਡੀਆਂ ਉਹੀ ਕਮੀਨਗੀਆਂ, ਉਹੀ ਕੰਜੂਸੀਆਂ। ਲੈ ਦੱਸ ਭਲਾ, ਮੈਂ ਤੇਰੀ ਦਵਾਤ ਵਿੱਚੋਂ ਡੋਪਾ ਲਾ ਲਿਆ? ਹੋਰ ਕੀ, ਤੁਸੀਂ ਬਚਪਨ ਦੇ ਵਿੱਚ ਪੈਨ ਰਿਫਲ ਖਰੀਦ ਕੇ ਲਿਆਂਦੇ ਸੀ ਨਾ, ਪਹਿਲਾਂ ਥੋੜੀ ਕੱਟ ਕੇ ਪੈਨ ਚ ਪਾਉਂਦੇ ਸੀ ਵੀ ਇਹ ਜ਼ਿਆਦਾ ਕੱਟ ਜਾਵੇ, ਫਿਰ ਪਿੱਛੇ ਕਾਗਜ਼ ਪਾ ਦਿੰਦੇ ਹੁੰਦੇ ਸੀ। ਦੇਖੋ, ਇਹ ਹੁੰਦੀ ਸੀ ਸਾਡੀ ਸਮਝਦਾਰੀ। ਸਮਝਦਾਰੀ ਨਹੀਂ, ਕੰਜੂਸੀ। ਨੋ ਨੋ ਨੋ, ਇਹ ਹੁੰਦੀਆਂ ਸੀ ਸਾਡੀਆਂ ਮੈਨੇਜਮੈਂਟਾਂ। ਵੀ ਜੇਕਰ ਕਿਸੇ ਬੰਦੇ ਨੇ ਨਾ ਨਹੀਂ ਵੀ ਚੱਲਣਾ ਪ੍ਰੋਗਰਾਮ ਦੇ ਵਿੱਚ,
ਉਹਨੂੰ ਚਲਾਉਣਾ ਕਿੱਦਾਂ ਆ। ਲਓ ਜੀ, ਗੱਲ ਹੈਗੀ ਏਦਾਂ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ, ਕਿਉਂਕਿ ਜ਼ਿੰਦਗੀ ਜਿਹੜੀ ਹੈ ਇਹਦੇ ਵਿੱਚ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਜੀ। ਤੇ ਤੁਹਾਨੂੰ ਮੈਂ ਦੱਸਾਂ ਕਿ ਸਿੱਖਣਾ ਜਿਹੜਾ ਨਾ, ਬੰਦਾ ਚਾਹੇ ਕਿਸੇ ਮੂਰਖ ਕੋਲੋਂ ਸਿੱਖ ਲਵੇ। ਉਹ ਮੇਰੇ ਬਾਰੇ ਨਹੀਂ ਇਸ਼ਾਰਾ ਕਰਨਾ। ਨਹੀਂ ਨਹੀਂ, ਮੈਂ ਤੇਰੇ ਕੋਲ ਕੋਈ ਥੋੜਾ ਬਹੁਤ ਸਿੱਖਦਾ। ਇਹਦਾ ਸਿੱਖਣ ਦੀ ਭਾਵਨਾ ਚਾਹੀਦੀ ਆ। ਅੱਛਾ, ਮੇਰੇ ਵਿੱਚ ਭਾਵਨਾ ਬਹੁਤ ਆ। ਭਾਵਨਾ ਤੇ ਚਿੱਤਾ ਆ। ਆਹੋ ਯਾਰ, ਭਾਵਨਾ ਨੂੰ ਫੋਨ ਕੀਤੇ ਬਹੁਤ ਦੇਰ ਹੋ ਗਈ ਆ। ਉਹ ਭਾਵਨਾ ਨੇ ਤੁਹਾਨੂੰ ਬਲੌਕ ਨਹੀਂ ਕਰਤਾ ਸੀ। ਉਹ ਯਾਰ ਭਾਵਨਾ ਨੇ ਇਤਿਹਾਸ ਗਵਾਹ ਹਾਏ ਬੰਦਿਆਂ ਨੂੰ ਹਮੇਸ਼ਾ ਉਹਨਾਂ ਦੀ ਮਨਪਸੰਦ ਔਰਤ ਨੇ ਬਲੌਕ ਕੀਤਾ ਹੈ। ਯਾਰ ਸੱਚੀ ਗੱਲ ਹੈ ਯਾਰ, ਇਹ ਪਤਾ ਨਹੀਂ ਕਿਉਂ ਕਾਹ ਤੋਂ ਇਦਾਂ ਇਹਨਾਂ ਦਾ ਬੇੜਾ ਹੀ ਗਰਕ ਗਿਆ। ਓਏ ਹੋਏ ਯਾਰ, ਨਾਲੇ ਪਸੰਦ ਕਰਦੀਆਂ ਨਾਲੇ ਬਲੌਕ ਕਰਦੀਆਂ। ਅਸੀਂ ਦੱਸ ਇਹਨਾਂ ਦੇ ਕੀ ਕੁੱਤੇ ਦੇ ਦੰਦੀ ਵੱਢ ਦਿੱਤੀ ਹੈ। ਨਹੀਂ ਵੈਸੇ ਗੱਲ ਹੈ ਇੱਕ ਅਸਲ ਦੇ ਵਿੱਚ ਨਾ ਤੁਸੀਂ ਸੱਚ ਬੋਲ ਦਿੰਦੇ ਹੋ, ਔਰ ਉਹ ਕੌੜਾ ਸੱਚ ਹੁੰਦਾ ਹੈ। ਤੁਹਾਨੂੰ ਮਤਲਬ ਇਦਾਂ ਤੁਹਾਡਾ ਦਿਲ ਕਰਦਾ ਹੈ ਕਿ ਆ ਵੀ ਲੱਡੂ ਮੇਰੀ ਥਾਲੀ ਚ ਆ ਜਾਵੇ, ਉਹ ਵੀ ਆ ਜਾਵੇ। ਇਦਾਂ ਹੁੰਦਾ ਨਹੀਂ, ਸ਼ਕਲ ਵੀ ਵੇਖੀ ਦੀ ਹੁੰਦੀ ਬੰਦੇ ਦੀ। ਓਏ ਹੋਏ, ਆਪਣੀ ਖਾਸ ਤੌਰ ਤੇ। ਓਏ ਹੋਏ 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 ਯਾਰ, ਤੂੰ ਹਨਾ ਹਾਂ ਕਹਿ ਕੇ ਵੈਸੇ ਇੱਕ ਗੱਲ ਆ, ਕਈ ਬੰਦੇ ਹੁੰਦੇ ਤੇਰੇ ਵਰਗੇ ਬਹੁਤ ਜ਼ਿਆਦਾ ਨਲਾਇਕ ਕੰਬਖਤ। ਅੱਛਾ, ਹਾਂ, ਵੀ ਜਿਹੜੇ ਬੰਦੇ ਨਾ ਜਿਨ੍ਹਾਂ ਦੇ ਕੋਲ ਜਾਣਾ ਹੀ 95 ਦਾ ਘਾਟਾ ਹੁੰਦਾ ਹੈ। ਹੁਣ ਮੈਂ ਕੀ ਕਰ ਦਿੱਤਾ? ਨਹੀਂ, ਤੂੰ ਤਾਂ ਕੀ ਕਰਨ ਜੋਗੀ ਆ। ਉਦਾਂ ਵੈਸੇ ਮੈਂ ਗੱਲ ਕਰਦਾ, ਸਾਡਾ ਨਾਨਾ ਇੱਕ ਵਾਰੀ ਆਹਾਂ ਚਲਾ ਗਿਆ ਹਸਪੀਟਲ। ਅੱਛਾ, ਬੱਖੀ ਚ ਮੜੀ ਜੀ ਦਰਦ ਉੱਠੀ, ਫਿਰ ਨਾਨਾ ਤੇ ਕੱਚ ਵਾਂਗ ਇਕੱਠਾ ਹੋ ਗਿਆ। ਹਾਏ ਹਾਏ, ਕਿਹਦੇ ਵਾਂਗੂ? ਕੱਚ ਵਾਂਗੂ। ਆਹੋ, ਤੇ ਲੈ ਜੇ ਇਕੱਠਾ ਹੋਇਆ ਫਿਰੇ ਵਿਚਾਰਾ, ਸਾਰਾ ਟੱਬਰ ਉਹਦੀ ਬੱਖੀ ਨੂੰ ਫੜੀ ਫਿਰੇ। ਓਏ ਹੋਏ, ਉਹ ਕਹਿੰਦਾ ਮੈਂ ਲੱਤਾਂ ਮਾਰਨੀਆਂ ਤੁਹਾਡੇ, ਪਰੇ ਹੋ ਜਾਓ, ਮੇਰੇ ਦਰਦ ਹੋਣ ਡਈ ਆ। ਹਾਂ, ਚੱਕ ਚੁਕਾ ਕੇ ਨਾਨੇ ਨੂੰ ਲਗਾਇਆ ਜੀ। ਕਿੱਥੇ? ਹਸਪਤਾਲ। ਅੱਛਾ, ਸਕੈਨਿੰਗ ਕੀਤੀ, ਫਿਰ ਕਹਿੰਦੇ ਪੱਥਰੀ ਆ ਕਿਡਨੀ ਦੇ ਵਿੱਚ। ਫਿਰ ਡਾਕਟਰ ਲੈ ਗਿਆ ਅੰਦਰ, ਉਹਦਾ ਗੱਲ ਹੀ ਕੋਈ ਨਹੀਂ, ਆਪਰੇਸ਼ਨ ਕਰ ਦਿੰਦੇ, ਹੁਣੇ ਪੱਥਰੀ ਕੱਢ ਗਿਆ ਮਾਰਨੀਆਂ। ਬਾਤ ਸਿਆਣਾ ਡਾਕਟਰ ਹੈ ਨਾ। ਲਓ ਜੀ, ਡਾਕਟਰ ਨੇ 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 ਨਹੀਂ 6 ਨਹੀਂ 7 ਨਹੀਂ, ਪੂਰੇ 9 ਘੰਟੇ ਲਾਤੇ। ਹਾਏ, ਨਹੀਂ ਨਿੱਕੀ ਜੀ ਪੱਥਰੀ ਦੇ ਲਈ 9 ਘੰਟੇ? ਹਾਂ, ਸਾਰੇ ਟੱਬਰ ਦੀ ਇਧਰ ਬੱਖੀ ਚ ਕਿਡਨੀਆਂ ਦੇ ਵਿੱਚ ਪੱਥਰੀਆਂ ਪੈਣ ਨੂੰ ਫਿਰਨ। ਹਾਂ, 9 ਘੰਟੇ ਕਿਤੇ ਬਹਿ ਹੁੰਦਾ। ਹਾਂਜੀ, ਲਓ ਜੀ, ਜਦੋਂ ਬਾਹਰ ਆਏ ਤੇ ਨਾਨੇ ਸਾਡੇ ਨੂੰ ਮਾੜੀ ਮਾੜੀ ਹੋਸ਼। ਫਿਰ ਕਹਿੰਦਾ ਕਿੱਦਾਂ ਵੀ ਡਾਕਟਰ ਸਾਹਿਬ, ਹੁਣ ਫੇ ਕੀ ਕੀਤਾ ਤੁਸੀਂ? ਹਾਂ, ਕਹਿੰਦਾ ਕੁਛ ਨਹੀਂ ਜੀ ਬਾਪੂ, ਤੇਰੀ ਕਿਡਨੀ ਦੇ ਵਿੱਚ ਸਟੋਨ ਸੀ ਤੇ ਇਸ ਕਰਕੇ ਆਪਾਂ ਸਟੋਨ ਕੱਢਣਾ ਸੀਗਾ, ਆਪਾਂ ਕਿਡਨੀ ਕੱਢ ਦਿੱਤੀ। ਹੈ ਜੇ ਸਟੋਨ ਸੀ ਤਾਂ ਸਟੋਨ ਕੱਢਦੇ ਕਿਡਨੀ ਕਿਉਂ ਕੱਢੀ ਸੀ? ਉਹ ਆਹੀ ਤੇ ਸਾਡੇ ਨਾਨੇ ਨੇ ਸਵਾਲ ਕੀਤਾ। ਫਿਰ ਕਹਿੰਦਾ ਵੀ ਮਾਮਾ ਸਟੋਨ ਸੀ, ਵੀ ਤੂੰ ਕਿਡਨੀ ਕਿਉਂ ਕੱਢੀ? ਸਟੋਨ ਕੱਢਦਾ। ਕਹਿੰਦਾ ਮਾਮਾ ਸਟੋਨ ਮੈਂ ਸਿਰ ਚ। ਵੈਸੇ ਇੱਕ ਗੱਲ ਹੈ ਜੋਗੀ ਜੀ, ਤੁਹਾਡਾ ਟੱਬਰ ਹੈ ਬਹੁਤ ਹੀ ਨਿਆਰਾ। ਮੈਂ ਕਿਹਾ ਜੀ, ਸਾਡੇ ਟੱਬਰ ਦੇ ਨਾਲ ਤੇ ਕੋਈ ਬੰਦਾ ਲੜਦਾ ਨਹੀਂ ਹੈ। ਅਸੀਂ ਤੇ ਲੜਾਈਆਂ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਖਤਮ ਨੇਸਤਨਾਬੂਦ ਕਰ ਦਿੰਦਾ। ਅੱਛਾ, ਹਾਂਜੀ, ਉਹ ਕਿੱਦਾਂ? ਲੈ ਸਾਡੇ ਨਾਲ ਤਾਂ ਮੈਂ ਕਹਾਂ ਜੀ, ਟੱਬਰ ਕੋਈ ਵੀ ਲੜਨ ਨੂੰ ਆਵੇ, ਗੱਲ ਹੀ ਮੋਰਿਓ ਐਸੀ ਕਹੀਦੀ ਆ ਕਿ ਅਗਲਾ ਐਨ ਠੰਡਾ ਸੜਾ ਹੋ ਗਿਆ ਨਾ। ਹਾਂ, ਮੈਂ ਕਹਾਂ ਜੀ, ਸਾਡੇ ਨਾਲ ਤਾਂ ਲਵ ਯੂ ਟਰੱਕ ਭਰ ਕੇ ਕਰਨ ਲੱਗ ਪੈਂਦਾ। ਏਡੀ ਕਿਹੜੀ ਗਿੱਦੜ ਸਿੰਘੀ ਤੁਹਾਡੇ ਕੋਲ? ਓਏ ਹੋਏ ਹੋਏ, ਤੈਨੂੰ ਨਹੀਂ ਪਤਾ, ਸਾਡੇ ਇੱਕ ਵਾਰੀ ਹਨਾ ਜਵਾਕ ਨੂੰ ਮਾਰਿਆ ਵੀ ਕਿਸੇ ਨੇ। ਅੱਛਾ, ਸਾਡਾ ਜਵਾਕ ਕਿਹੜਾ ਮੂਹਰੇ ਘਾਟਿਆ, ਕੁੱਤੇ ਦਾ ਵੱਡਿਆ ਉਹ ਆ। ਉਹਨੇ ਚੱਕਿਆ ਏਡਾ ਤੇਰੇ ਮੂੰਹ ਜਿਹੜਾ ਵੱਡਾ, ਹਾਂ, ਅਗਲੇ ਦੇ ਮਾਰਿਆ ਫਾੜ ਦੇਣੀ, ਥੱਪੜ ਪੁੜੀ ਦੇ ਵਿੱਚ ਸਿਰ ਪੜ ਗਿਆ। ਲਓ ਜੀ, ਲਹੂ ਲਹਾਨ ਹੋ ਗਿਆ, ਉਧਰੋਂ ਉਹਦੀ ਮਾਂ ਆ ਗਈ। ਫੇਰ ਹੋਣਾ ਹੀ ਸੀ, 76 ਪਏ ਹੋਣੇ। ਮੈਂ ਤੇ ਕਹਿੰਦੀ ਥਾਣੇ ਲੈ ਜਾਣਾ ਸੀ। ਓਏ ਹੋਏ ਹੋਏ ਹੋਏ, ਥਾਣੇ ਲਿਜਾਉਣਾ ਸੀ, ਵੱਡੀ ਆਈ ਡਿਪਲੋਮੈਟਿਕ। ਹਾਂ, ਮੈਂ ਕਹਾ ਜੀ, ਉੱਥੇ ਮੋਹਰੇ ਖੜਾ ਸਾਡਾ ਤਾਇਆ। ਅੱਛਾ, ਤਾਏ ਨੂੰ ਆਣ ਕੇ ਤੁਹਾਡੇ ਜਵਾਕ ਨੇ ਆ ਮੇਰੇ ਮੁੰਡੇ ਦਾ ਸਿਰ ਪਾੜ ਦਿੱਤਾ, ਗਲਾ ਕਰ ਦਿੱਤਾ, ਏਦਾਂ ਹੋ ਗਏ, ਫਲਾਨਾ ਹੋ ਗਏ। ਉਹ ਤਾਂ ਜੀ ਰਾਸ਼ਨ ਪਾਣੀ ਲੈ ਕੇ ਚੜ ਗਏ। ਤੇ ਹੋਰ ਨਹੀਂ ਤਾਂ ਅਗਲੇ ਦੇ ਬੁੰਡੇ ਨੂੰ ਮਾਰਿਆ। ਓਏ ਹੋਏ, ਤੇ ਸਾਡਾ ਤਾਇਆ ਅੱਗੇ ਸ਼ਾਂਤ ਚਿੱਤ। ਅੱਛਾ, ਹਾਂ, ਬੱਲੇ। ਲੈ ਬਈ, ਜਦੋਂ ਉਹ ਐਨ ਆਪਣਾ ਗੁੱਸਾ ਗੱਸਾ ਕੱਢ ਹਟੀ ਨਾ, ਕਹਿੰਦੀ ਹੈ ਤੂੰ ਹੁਣ ਕੁਝ ਬੋਲਦਾ ਵੀ ਨਹੀਂ, ਹੁਣ ਮੂੰਹ 'ਚ ਘੁੰਗਣੀਆਂ ਪਾ ਲਈਆਂ ਹੈ, ਕੁਝ ਬੋਲਦਾ ਸਹੀ। ਕਹਿੰਦਾ ਵੈਸੇ ਗੱਲ ਸੁਣੋ, ਇਹ ਮੁੰਡਾ ਤੁਹਾਡਾ ਹੀ? ਮਤਲਬ? ਉਹ ਕਹਿੰਦੀ ਹਾਂ, ਹੋਰ ਮੇਰਾ ਹੀ ਆ। ਵੈਸੇ ਲੱਗਦਾ ਨਹੀਂ ਕਿ ਤੁਸੀਂ ਵਿਆਹੇ ਵਰੇ ਹੋ। ਲਓ ਜੀ, ਉੱਥੋਂ ਹੀ ਸ਼ਰਮਾ ਕੇ ਨਾ ਮੁੰਡੇ ਦੀ ਮਾਂ ਸਿੱਧੀ ਆਪਣੇ ਮੁੰਡੇ ਦੇ 2 ਚਪੇੜਾ ਮਾਰ ਕੇ ਕਹਿੰਦੀ, ਮਰ ਜਣਿਆ, ਇਹਨਾਂ ਦੇ ਨਾਲ ਪੰਗਾ ਨਹੀਂ ਲੈਣਾ ਅੱਗੇ ਤੋਂ। ਕਿੰਨੇ
ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਨਜ਼ਰੀਆ ਦੇ ਵਿੱਚ ਜੋਗੀ ਜੀ ਅਸੀਂ ਤੁਹਾਡੇ ਟੱਬਰ ਦੀਆਂ ਤੇ ਗੱਲਾਂ ਸੁਣ ਹੀ ਰਹੇ ਆਂ। ਓਏ ਸਾਡੇ ਟੱਬਰ ਦੀਆਂ ਗੱਲਾਂ ਤੂੰ ਸੁਣੀਆਂ ਕਿੱਥੇ ਆ? ਦੱਸੋ। ਓਏ ਹੋਏ 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 ਸਾਡਾ ਮਾਮਾ ਵੀ ਨਾ, ਮਾਮਾ ਨਰਾ ਪਜਾਮਾ। ਅੱਛਾ। ਓ ਸਾਡਾ ਮਾਮਾ ਬੜਾ ਗ੍ਰੇਟ। ਇੱਕ ਵਾਰੀ ਮੈਂ ਆਪਣੇ ਨਾਨਕੀ ਗਿਆ ਹੋਇਆ। ਲਓ ਜੀ ਮੈਨੂੰ ਕਹਿੰਦਾ ਤੈਨੂੰ ਆਪਾਂ ਸ਼ਹਿਰ ਲੈ ਕੇ ਜਾਣਾ। ਅੱਛਾ। ਸ਼ਹਿਰ ਤੇ ਬੜਾ ਚਾਹ ਹੁੰਦਾ ਸੀ ਕਿ ਦੇਖੀਏ ਵੀ ਸ਼ਹਿਰ ਦੇ ਵਿੱਚ ਕੀ ਆ। ਲਓ ਜੀ ਉਹ ਸੀਗਾ ਦੋਜੀ, ਉਹਨੇ ਆਪਣੇ ਰਾਜਦੂਤ ਤੇ ਮੈਨੂੰ ਬਿਠਾ ਲਿਆ। ਅੱਛਾ। ਹਾਂ ਆਲੇ ਦੁਆਲੇ ਡਰਮੀਆਂ ਜੀਆਂ, ਉੱਤੇ ਲੱਤਾਂ ਦੀਆਂ ਜਾ ਕੇ ਮੈਂ ਬੈਠਾ। ਇੱਦਾਂ ਲੱਗੇ ਜਦੋਂ ਜਾ ਆਉਂਦਿਆ ਹੁੰਦਾ। ਲਓ ਜੀ ਅਸੀਂ ਜਾ ਰਹੇ ਸ਼ਹਿਰ ਨੂੰ। ਸ਼ਹਿਰ ਪਹੁੰਚੇ, ਇੱਕ ਭਰਾਵਾ ਕਾਫੀ ਕਹਿੰਦੇ ਇੱਥੇ ਬਹੁਤ ਸਵਾਦ ਬਣਾਉਂਦਾ ਕਾਫੀ। ਲਓ ਜੀ ਉੱਥੇ ਚਲ ਗਿਆ ਸੀ। ਕਹਿੰਦੇ ਬਈ ਕਾਫੀ ਹੈ ਕਾਫੀ। ਉਹ ਕਹਿੰਦਾ ਗੱਲ ਸੁਣ ਲਾ 50 ਰੁਪਈਆਂ ਦਾ ਕੱਪ ਲੱਗਣਾ। ਅੱਛਾ। ਤਾਂ ਕਾਫੀ 50 ਰੁਪਏ ਦਾ ਕੱਪ? ਖੰਡ ਕਿੱਦਾਂ ਆ? ਉਹ ਕਹਿੰਦਾ ਖੰਡ ਤਾਂ 7 ਰੁਪਏ ਕਿਲੋ ਹੀ ਆ। ਹੈ ਤੇ ਪਰ ਉਹ ਤਾਂ ਫ੍ਰੀ ਆ। ਹਾਂਜੀ ਉਹਦੇ ਵਿੱਚ ਤਾਂ ਫ੍ਰੀ ਦੀ ਪੈਣੀ ਆ। ਆਹੋ। ਕਹਿੰਦਾ ਚੱਲ ਠੀਕ ਹੈ ਫਿਰ ਤੂੰ ਕਾਫੀ ਰੇਟ ਦੇ 5 ਕਿਲੋ ਖੰਡੇ ਪਾ ਦੇ। ਦੁੱਧ ਸਾਡੇ ਕੋਲ ਹੈਗਾ, ਘਰੇ ਜਾ ਕੇ ਬਣਾ ਲਾਂਗੇ। ਆ ਵੀ ਗੱਲ ਸਹੀ ਹੈ। ਵੈਸੇ ਤੁਹਾਡੇ ਤਾਏ ਦੀ ਇੱਕ ਗੱਲ ਤੋਂ ਮੈਨੂੰ ਇੱਕ ਹੋਰ ਗੱਲ ਚੇਤਾ ਆਈ। ਯਾਰ ਸਾਡੇ ਘਰ ਦੀਆਂ ਗੱਲਾਂ ਤੈਨੂੰ ਚੇਤੇ ਆਈ ਜਾਣੀਆਂ, ਆਪਣੀ ਵੀ ਕੋਈ ਭੂਆ ਮਾਸੀ ਚਾਚੀ ਤਾਈ ਫੜਦਾ। ਲਓ ਫਿਰ ਸੁਣੋ ਮੇਰੀ ਭੂਆ ਦੀ ਗੱਲ। ਹਾਂ। ਹੋਇਆ ਏਦਾਂ ਕਿ ਇੱਕ ਵਾਰੀ ਮੇਰੀ ਭੂਆ ਗਈ ਸੀ ਵਾਂਡੇ। ਅੱਛਾ। ਉੱਥੇ ਹੀ ਮਤਲਬ ਏਦਾਂ ਹੀ ਨਾ 5 ਸਟਾਰ ਹੋਟਲ ਦੇ ਵਿੱਚ ਗਈ ਹੈ। ਭੂਆ ਤੁਹਾਡੀ? ਝੂਠ। ਭੂਆ ਤੁਹਾਡੀ ਤੋਂ ਕੋਈ ਢਾਬੇ 'ਚ ਨਾ ਮੰਨ ਦੇਵੇ। 5 ਸਟਾਰ ਕਿਉਂ ਚਲ ਗਈ? ਉਹ ਹੱਦ ਹੋ ਗਈ ਤੁਹਾਡੇ ਵਾਲੀ। ਨਾ ਕਿਉਂ ਨਹੀਂ ਜਾ ਸਕਦੀ ਮੇਰੀ ਭੂਆ? ਏਡੀ ਗੱਪ ਨਹੀਂ ਮਾਰੀ ਦੀ ਹੁੰਦੀ। ਹਾਂ ਦੇਖਿਆ ਬੰਦਾ ਮੇਰੇ ਨਾ ਟੱਬਰ ਦੇ ਇੰਨਾ ਵੈਰ ਪਿਆ ਕਿ ਪੁੱਛੋ ਹੀ ਨਾ। ਪੁੱਛੋ ਤੇ ਸੀ ਅੱਗੇ ਹੋਇਆ ਕੀ। ਅੱਛਾ ਚਲੋ ਫਿਰ ਅਗਲੇ ਨੇ ਮਾਨਤਾਨ ਕੀਤਾ ਹੁਣ। ਆਹੋ ਮਾਨਤਾਨ ਕੀਤਾ। ਉੱਥੇ ਜਾ ਕੇ ਕਹਿੰਦੀ ਚਾਹ ਲਿਆ, ਮੇਰਾ ਤੇ ਸਿਰ ਫਟੀ ਜਾਂਦਾ ਪਿਆ। ਵੇਟਰ ਚਾਹ ਲੈ ਕੇ ਆ। ਓਏ ਹੋਏ। ਵੇਟਰ ਲਿਆ ਟਰੇ ਦੇ ਵਿੱਚ ਗਰਮ ਪਾਣੀ, ਟੀ ਬੈਗ, ਸ਼ੂਗਰ ਕਿਊਬ ਤੇ ਮਿਲਕ ਪਾਊਡਰ। ਵੇ ਏਦਾਂ ਹੁੰਦੀ ਆ ਫਿਰ। ਹਾਂ ਜਿੱਦਾਂ ਕਿੱਦਾਂ ਭੂਆ ਨੇ ਚਾਹ ਬਣਾ ਕੇ ਪੀ ਲਈ। ਥੋੜੀ ਦੇਰ ਬਾਅਦ ਵੇਟਰ ਨੇ ਫੇਰ ਪੁੱਛਿਆ ਮੈਡਮ ਹੋਰ ਕੀ ਲਾਓਗੇ? ਕਹਿੰਦੀ ਦਿਲ ਤਾਂ ਪਕੌੜੇ ਖਾਣ ਨੂੰ ਕਰਦਾ ਆ, ਪਰ ਮੈਨੂੰ ਡਰ ਲੱਗਦਾ ਕਿਤੇ ਤੂੰ ਮੇਰੇ ਸਾਹਮਣੇ ਆਲੂ ਪਿਆਜ਼ ਗੋਭੀ ਪਾਲਕ ਤੇਲ ਬੇਸਨ ਨਮਕ ਮਿਰਚ ਕੜਾਈ ਤੇ ਅੰਗੀਠੀ ਨਾ ਲਿਆ ਕੇ ਰੱਖ ਦੇ। ਆਹ ਮੁੜ ਕੇ ਕਹਵੇਂਗੇ ਤੜਕੇ ਨਾਲੇ ਖਾ ਤੇ ਨਾਲੇ ਖਲਾ। ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ, ਔਰ ਅੱਜ ਅਸੀਂ ਤੁਹਾਨੂੰ ਜੋ ਚੀਜ਼ ਸਿਖਾ ਰਹੇ ਹਾਂ ਉਹ ਹਾਸੇ ਵਾਲੀ ਹੈ। ਬਿਲਕੁਲ ਜੀ ਹਾਸੇ ਵਾਲੀ। ਤੁਹਾਨੂੰ ਮੈਂ ਦੱਸਾਂ ਦੇਖੋ ਵਿਆਹ ਸ਼ਾਦੀ ਦੇ ਵਿੱਚ ਤੁਹਾਨੂੰ ਕਦੀ ਕੋਈ ਸੱਦਿਆ ਕਿਸੇ ਨੇ? ਨਹੀਂ ਆਇਆ ਕਾਰਡ ਨਾ ਚੁੱਲ੍ਹੇ ਨਿੰਦਾ ਮਿਲਿਆ ਤੁਹਾਨੂੰ ਕਦੇ? ਨਹੀਂ ਜੀ ਨਹੀਂ। ਉਹ ਯਾਰ ਬਣੀ ਨਹੀਂ ਹੈਗੀ ਤੁਹਾਨੂੰ ਸੱਦਣਾ ਕਿਨੇ? ਯਾਰ ਬਣਾ ਕੇ ਰੱਖਿਆ ਕਰੋ ਗਲੀ ਗਵਾਂਢ ਦੇ ਵਿੱਚ। ਗਲੀ ਗਵਾਂਢ ਵਾਲੇ ਕੰਮ ਆਉਂਦੇ ਹੁੰਦੇ, ਰਿਸ਼ਤੇਦਾਰਾਂ ਨੇ ਤਾਂ ਤੁਹਾਡੇ ਆਉਣਾ ਨਹੀਂ ਹੁੰਦਾ। ਆਹੋ ਬਸ ਗਲੀ ਗਵਾਂਢ ਵਾਲੇ ਤਾਂ ਕੰਮ ਆ ਜਾਣਗੇ। ਅੱਛਾ। ਹਾਂ ਕਿਤੇ ਕੋਈ ਕਿਸੇ ਦਾ ਗਵਾਂਢੀ ਦਾ ਨਿਆਣਾ ਕੋਈ ਤੁਹਾਡੇ ਘਰ ਦੇ ਮੂਹਰੇ ਕੋਈ ਕੁੰਡਾ ਹੀ ਲਾ ਗਿਆ, ਕਿਹਨੂੰ ਹੱਕਾ ਮਾਰ ਕੇ ਖਿਲਵਾਉਂਗੇ? ਅੱਛਾ। ਹਾਂ ਮਤਲਬ ਤੁਹਾਨੂੰ ਸਾਡੇ ਤੇ ਪੂਰਾ ਯਕੀਨ ਆ ਕਿ ਸਾਡੀ ਬਣਦੀ ਨਹੀਂ ਲੋਕਾਂ ਨਾਲ। ਓਏ ਹੋਏ ਇਸੇ ਕਰਕੇ ਤਾਂ ਤੁਹਾਨੂੰ ਕੋਈ ਸਾਦਾ ਨਹੀਂ। ਚਲੋ ਖੈਰ ਨਹੀਂ ਸਾਦਾ ਤੇ ਤੁਹਾਨੂੰ ਪਤਾ ਵੀ ਨਹੀਂ ਹੋਣਾ। ਚਲੋ ਮੇਰੇ ਜਿਹੜੇ ਸੱਜਣ ਮਿੱਤਰ ਪਿਆਰੇ ਬੇਲੀ ਸਹੇਲੀ ਇਸ ਵੇਲੇ ਸਾਡਾ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਨੇ, ਉਹਨਾਂ ਨੂੰ ਦੱਸ ਦਿੰਨੇ ਆ ਕਿ ਵਿਆਹ ਦਾ ਪਤਾ ਵਿਆਹ ਕੀ ਹੁੰਦਾ? ਆਹੋ ਮੈਨੂੰ ਮੇਰਾ ਹੋਇਆ ਨਹੀਂ, ਮੈਨੂੰ ਪੁੱਛੋ ਨਾ। ਓਏ ਹੋਏ ਹੋਏ ਵਿਆਹ ਦਾ ਮਤਲਬ ਹੁੰਦਾ ਕਿ ਮੁੰਡੇ ਦਾ ਕੁੜੀ ਨਾਲ ਵਿਆਹ ਹੋਣਾ। ਓਹ ਅੱਛਾ। ਹਾਂਜੀ ਸੌਰੀ ਜੋਗੀ ਜੀ, ਮੈਨੂੰ ਤੇ ਇਸ ਬਾਰੇ ਪੂਰਾ ਵੀ ਖਬਰ ਨਹੀਂ ਸੀ। ਹਾਂ ਪਰ ਇੱਕ ਗੱਲ ਸਾਡੇ ਟੱਬਰ ਦੇ ਵਿੱਚ ਜਗੋ 13ਵੀਂ ਹੋ ਗਈ। ਕੀ ਭਲਾ? ਸਾਡੀ ਕੁੜੀ ਦਾ ਮੁੰਡੇ ਨਾਲ ਹੋ ਗਿਆ। ਤੇ ਕੁੜੀ ਦਾ ਮੁੰਡੇ ਨਾਲ ਹੀ ਹੁੰਦਾ ਆ? ਆਹ ਸਾਨੂੰ ਵੀ ਤਾਂ ਪਤਾ ਹੀ ਆ। ਵਿਆਹ ਦੇ ਵਿੱਚ ਸਭ ਤੋਂ ਜ਼ਿਆਦਾ ਟੌਰ ਕਿਹਦੀ ਹੁੰਦੀ? ਮੁੰਡੇ ਦੀ। ਨਾ ਮੁੰਡੇ ਦੀ ਤੇ ਕੌਣ? ਜਿਹਦਾ ਵਿਆਹ ਉਹਦੀ ਹੋਊਗੀ ਜਾਂ ਕੁੜੀ ਦੀ? ਨੋ ਹੋਰ ਦੱਸ। ਮਾਂ ਪਿਓ ਦੀ ਜਾਂ ਭੈਣ ਭਰਾ ਦੀ? ਉਹ ਤਾਂ ਵਿਚਾਰੇ ਉਹਦੇ ਬੌਂਦਲੇ ਫਿਰਦੇ ਹੁੰਦੇ ਆ, ਉਹਦੇ ਗੁਥਲੀ ਨਿਜ਼ਾਮ ਹੁੰਦੀ ਉਹਦੇ ਉਹਨਾਂ ਦੇ ਕੋਲ। ਜੀਜੇ ਦੀ? ਉਹਦਾ ਜੀਜੇ ਨੂੰ ਵਿਚਾਰੇ ਨੂੰ ਕੌਣ ਪੁੱਛਦਾ? ਉਹਦੀ ਤਾਂ ਵਿਚਾਰੇ ਦੀ ਬੈਲਟ ਨਹੀਂ ਲੱਭਦੀ ਵਿਆਹ ਚੋਂ। ਫੇਰ ਤੂੰ ਦੱਸ ਨਾ। ਫੁੱਫੜ ਦੀ? ਫੁੱਫੜ ਨੂੰ ਕੌਣ ਪੁੱਛਦਾ ਰਿਟਾਇਰ ਜੀਜੇ ਨੂੰ? ਤੇ ਫੇਰ ਕੌਣ ਬਚਿਆ? ਲੈ ਜੀ ਸਭ ਤੋਂ ਵੱਧ ਟੌਰ ਪਤਾ ਕਿਹਦੀ ਹੁੰਦੀ ਹੈ? ਕਿਹਦੀ? ਓਏ ਹੋਏ ਜਿਹਨੇ ਹਲਵਾਈ ਬੁੱਕ ਕਰਾਇਆ ਹੋਵੇ ਹੈ, ਤੇ ਜਾਂ ਫਿਰ ਜਿਹਦੇ ਕੋਲ ਦਾਰੂ ਵਾਲੇ ਕਮਰੇ ਦੀ ਚਾਬੀ ਹੋਵੇ। ਲਓ ਜੀ ਗੱਲਾਂ ਬਾਤਾਂ ਇਹ ਅਸੀਂ ਐਵੇਂ ਨਹੀਂ ਕੀਤੀਆਂ। ਕਿਵੇਂ ਕੀਤੀਆਂ ਫਿਰ? ਮੂੰਹ ਨਾਲ ਹੀ ਕੀਤੀਆਂ।
ਹਾਂ ਤੇ ਸਾਰੇ ਮੂੰਹ ਨਾਲ ਹੀ ਕਰਦੇ, ਤੁਸੀਂ ਅਨੋਖੇ ਨਹੀਂਗੇ। ਓਏ ਹੋਏ, ਗੱਲ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਦੌਰ ਚੱਲ ਰਿਹਾ ਇਹ ਡਿਪਰੈਸ਼ਨ ਦਾ ਦੌਰ ਹੈ। ਇਹ 'ਚ ਤਾਂ ਕੋਈ ਸ਼ੱਕ ਨਹੀਂ। ਇਸ ਡਿਪਰੈਸ਼ਨ ਦੇ ਵਿੱਚ ਅਸੀਂ ਆਪਣੇ ਘਰਾਂ ਦੇ ਵਿੱਚੋਂ ਇੱਕ ਪਿਰਤ ਭੁੱਲ ਗਏ। ਉਹ ਪਿਰਤ ਹੈ ਕਿ ਇੱਕ ਦੂਸਰੇ ਨੂੰ ਚੁਟਕਲੇ ਸੁਣਾਉਣ ਦੀ, ਜੀ ਕਹਾਣੀਆਂ ਸੁਣਾਉਣ ਦੀ, ਬਾਤਾਂ ਪਾਉਣ ਦੀ। ਹਾਂ, ਸਾਡੇ ਨਿੱਕੇ ਨਿੱਕੇ ਬੱਚੇ ਚੁਟਕਲੇ ਨਹੀਂ ਸੁਣਾਉਂਦੇ ਸਾਨੂੰ, ਵੱਡੇ ਛੋਟਿਆਂ ਨੂੰ ਨਹੀਂ ਸੁਣਾਉਂਦੇ। ਇਸ ਤਰੀਕੇ ਦੇ ਨਾਲ ਅਸੀਂ ਆਪਣੇ ਘਰਾਂ ਦੇ ਵਿੱਚ ਨਿੱਕੇ ਨਿੱਕੇ ਹਾਸੇ ਜਿਹੜੇ ਆ ਨਾ ਉਹ ਮਨਫੀ ਕਰਕੇ ਬਹਿ ਗਏ। ਬਿਲਕੁਲ ਹੁਣ ਤੁਹਾਡੇ ਘਰ ਤਾਂ ਹਾਸਾ ਹੈ ਹੀ ਨਹੀਂ। ਨਾ ਹਾਂਜੀ, ਸਾਡੇ ਤੇ ਰੋਣ ਪਿੱਟਣ ਵਾਲੇ ਆ ਸਾਰੇ। ਹਨ ਉਹ ਸ਼ਕਲਾਂ ਉਦਾਂ ਦੀਆਂ, ਜੇਕਰ ਤੁਹਾਡੇ ਕਿਸੇ ਨੂੰ ਕੋਈ ਵਧੀਆ ਜਿਹੀ ਗੱਲ ਸੁਣਾ ਦਿੱਤਾ ਤੁਸੀਂ ਹੱਸਦੇ ਕਿਦਾਂ ਬਸ ਹੱਦ ਹੋ ਗਈ ਜੋ ਤੁਹਾਡੇ ਵਾਲੀ। ਹੁਣ ਤੁਹਾਡੇ ਨਾਲ ਰਹਿ ਕੇ ਤੁਹਾਡੀ ਸ਼ਕਲ ਹੀ ਏਦਾਂ ਦੀ, ਮੇਰਾ ਤੇ ਬਦੋ ਬਦੀ ਹਾਸਾ ਹੀ ਨਿਕਲ ਜਾਂਦਾ ਆ। ਉਹ ਚਲੋ ਕੋਈ ਗੱਲ ਨਹੀਂ, ਤੇ ਤੁਹਾਡੇ ਵੱਲੋਂ ਦੇਖ ਕੇ ਰੋਣ ਨਿਕਲਦਾ। ਲੋ ਜੀ, ਇਸ ਬੰਦੇ ਨੇ ਤੇ ਰੋਣਾ ਪਿੱਟਣਾ ਪਾਈ ਰੱਖਣਾ ਹੈ, ਪਰ ਮੈਂ ਇੰਨਾ ਕਹਿਣਾ ਚਾਹੂੰਗੀ ਕਿ ਜ਼ਿੰਦਗੀ ਦੇ ਵਿੱਚ ਹੱਸਦੇ ਰਹੋ, ਕਿਉਂਕਿ ਡਿਪਰੈਸ਼ਨ ਵਾਕਈ ਬਹੁਤ ਜ਼ਿਆਦਾ ਹੈ। ਤੇ ਫਿਲਹਾਲ ਮੈਨੂੰ ਰਵਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ, ਤੇ ਸੁਣਦੇ ਰਹਿਣਾ ਤੁਸੀਂ ਆਪਣੇ ਦਿਲ ਦੀ ਆਵਾਜ਼ ਪੰਜਾਬੀ ਅੰਦਮਾਨ ਪੰਜਾਬੀ ਰੇਡੀਓ US।